इंडियाना विखे मनाया गया खालसा प्रकाश दिहाड़ा। तलवंडी साबो विखे श्रोमणी अकाली दल ਅੰਮ੍ਰਿਤਸਰ ਦੀ सियासी कॉन्फ्रेंस। जथेदार श्री अकाल तख्त साहिब ਵੱਲੋਂ खालसा साजना दिवस मौके ਸਮੁੱਚੀ ਸਿੱਖ ਕੌਮ ਦੇ ਨਾਲ ਖਾਸ ਸੰਦੇਸ਼। ਇੰਡੀਆਨਾ ਵਿੱਚ ਖਾਲਸਾ ਦੀਵਾਨ ਸਾਹਿਬ ਵਿਖੇ ਖਾਲਸਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਰੋਸ਼ਨੀ ਅਤੇ ਫੁੱਲਾਂ ਨਾਲ ਸਜਾਇਆ ਗਿਆ, ਜਿੱਥੇ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਹੋਈ। ਸਮਾਗਮ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ, ਜਿਸ ਤੋਂ ਬਾਅਦ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਥਾ ਵਿਚਾਰਾਂ ਵਿੱਚ ਖਾਲਸਾ ਪੰਥ ਦੀ ਸਿਰਜਣਾ, ਇਤਿਹਾਸ ਅਤੇ ਇਸ ਦੀ ਮਹਾਨਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਖਾਲਸਾ ਪ੍ਰਕਾਸ਼ ਦਿਹਾੜਾ ਸਿਰਫ ਇੱਕ ਤਿਉਹਾਰ ਨਹੀਂ, ਸਗੋਂ ਸਿੱਖ ਕੌਮ ਦੀ ਪਛਾਣ ਅਤੇ ਅਸੂਲਾਂ ਨੂੰ ਯਾਦ ਕਰਨ ਦਾ ਦਿਨ ਹੈ। ਉਹਨਾਂ ਨੇ ਸੰਗਤ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੱਲਣ ਅਤੇ ਖਾਲਸਾ ਪੰਥ ਦੀ ਮਰਿਆਦਾ ਨੂੰ ਕਾਇਮ ਰੱਖਣ ਦੀ ਅਪੀਲ ਵੀ ਕੀਤੀ। ਇਸ ਮੌਕੇ ਨਗਰ ਕੀਰਤਨ ਵੀ ਕੱਢਿਆ ਗਿਆ, ਜਿਸ ਵਿੱਚ 5 ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਨੇ ਭਾਗ ਲਿਆ। ਜਦੋਂ ਤੱਕ ਖਾਲਸੇ ਦਾ ਨਿਆਰਾਪਨ ਕਾਇਮ ਹੈ, ਗੁਰੂ ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ, ਮੇਰਾ ਤੇਜ, ਮੇਰਾ ਪ੍ਰਤਾਪ, ਮੇਰਾ ਔ, ਮੇਰੀ ਪਾਵਰ। ਜਿਵੇਂ ਭਾਈ ਸਾਹਿਬ ਨੇ ਬੜੇ ਪ੍ਰੇਮ ਨਾਲ ਸ਼ਬਦ ਪੜ੍ਹਿਆ ਸੀ ਕਿ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਗੁਰੂ ਕਲਗੀਧਰ ਪਾਤਸ਼ਾਹ ਖੁਦ ਖਾਲਸੇ ਦੇ ਵਿੱਚ ਬੈਠੇ ਨੇ। ਇਹੀ ਮਾਣ ਉਹਨਾਂ ਨੇ ਕਿਹਾ, ਜਿੰਨੀਆਂ ਮੈਂ ਜੰਗ ਜਿੱਤੇ ਨੇ, ਜਿੰਨੀ ਮੇਰੀ ਵਿੱਦਿਆ ਹੈ, ਜੋ ਕੁਝ ਵੀ ਮੇਰੇ ਕੋਲ ਹੈ, इन्हीं की कृपा के सजे हम हैं, नहीं मोसे गरीब करोड़ परे। तो जे इन्ना मान, इन्ना प्यार गुरु कलगीधर खालसे नूं करदे ने, ते असीं उस खालसा पंथ दा एक छोटा जिहा हिस्सा होण दे नाते ये जरूर प्रण भी करिए, अपनी जीवन दे अंदर तब्दीली लिआईए, सच दा पल्ला फड़िए, नाम दा सहारा लईए, सिर जोड़ के बैठिए। ते भाई गुरदास जी दे अल्फाज नूं मैं कनक्लूजन दे विच फेर दोहरावां कि किस उद्यम ते राज मिले, शत्रु ते सब होवे मीता। ये साडी स्ट्रैटजी होए। गुरु ने पंथ नूं बेकरे नहीं रहन देना। मैं बाहर भी गलबात कहा सी, मैं कहा सर कपूर सिंह जिहड़े वड्डे फिलासफर साडे होए ने, वो ये कहंदे सन, कई बार उपराम भी हुंदे सी, फिर एकदम उत्साह जाके कहंदे सी नहीं, गुरु कलगीधर पातशाह दा इकरारनामा है पंथ दे नाल, पंथ खालसा, खेती मेरी, हों संभाल करों तिस केरी। गुरु कलगीधर पातशाह इस बाग दे बागबान ने, उन्होंने सानू बेकरे नहीं रहन देना। सतगुरु आप सहाई होण। पुरातन ਸਿੰਘਾਂ ਦਾ ਵਿਸ਼ਵਾਸ, जो साडा अजोके जुझारूआं ਦਾ ਵਿਸ਼ਵਾਸ ਵੀ ਹੈ। ਭਾਈ ਜਗਤਾਰ ਸਿੰਘ ਹਵਾਰਾ ਬੇੜੀਆਂ ਦੇ ਵਿੱਚ, ਹੱਥਕੜੀਆਂ ਦੇ ਵਿੱਚ, ਉਹਨਾਂ ਨੂੰ ਸ਼ੁਰੂ 'ਚ ਪਿੰਜਰੇ ਦੇ ਵਿੱਚ ਲਿਆਂਦੇ ਸੀ ਜਦੋਂ ਅਜੇ ਉਹ ਬੜੈਲ ਜੇਲ੍ਹ ਦੇ ਵਿੱਚ ਸੀ। ਹਕੂਮਤਾਂ ਖੌਫ ਖਾਂਦੀਆਂ ਨੇ, ਪਰ ਨਾ ਉਹਨਾਂ ਦੀ ਉਹ ਵਿਲ ਤੋੜ ਸਕੇ। यही कारण है अमित शाह लुधियाने आके कहता है, इनको कैसे मुआफ़ कर दें, इन्हें उन्हें तो कभी पछतावा किया ही नहीं है। गल तो तुहाडी टैं तोड़न दी है, तुसीं गोडे टेक दिओ माफ़ी। उन्होंने सारिया जिंदगियां 30-30 साल हो गए ने, लेकिन उन्होंने डिफाइंस दिती हुई है। वो खड़े ने जिहड़े कि बिल्कुल बहुत सारिया बंदिशां दे विच ने, तो असीं तां चंगे भले 13,000 मील दूर आए हैं, इस आज़ाद मुल्क की फिजा च रहिंदे हैं। अपने गुरुद्वारियां च सानू खालिस्तान की गल करन तो जे खौफ आएगा तो फिर किने साडी बांह फड़नी है। इस रिजॉल्व दे नाल पुरातन ਸਿੰਘਾਂ ਦਾ विश्वास, अजोके साडे शहीदां दा विश्वास, ਜਿਹੜੇ ਅੱਜ भी जेलों ਦੀਆਂ काल कोठरियां 'ਚ बंद ने, उन्हां दा विश्वास दिल्ली तख्त पर बहेगी। आप गुरु की फौज छतर चुलेंगे सीस पर, बड़ी करेगी मौज। किसी भी भुल चुक लई माफ़ी। बहुत बहुत धन्यवाद भाई भोला सिंह जी, ਤੁਹਾਡੇ ਸਮੁੱਚੇ ਪਰਿਵਾਰ ਦਾ। ਜਿਵੇਂ ਸਾਡੀਆਂ ਬੀਬੀਆਂ ਭੈਣਾਂ ਜਿਸ ਪਿਆਰ ਨਾਲ ਸੇਵਾ ਕਰਦੀਆਂ ਨੇ, ਬਹੁਤ ਵਾਰ ਮੈਂ ਸਮਝਦਾ ਕੋਈ ਇੱਕ ਖੁਸ਼ਾਮਦ ਨਹੀਂ ਹੈ, ਮੈਂ ਜੈਨੂਇਨਲੀ ਐਪਰੀਸ਼ੀਏਟ ਕਰਦਾ ਕਿ ਜਿੱਥੇ ਪਰਿਵਾਰਾਂ 'ਚ ਸਾਂਝਾਂ ਨੇ, ਜਿਵੇਂ ਤੁਸੀਂ ਭਰਾ ਸਾਰੀਆਂ ਪਰਿਵਾਰ ਸਾਂਝੇ ਹੋ, ਇਸ ਬਰਕਤ 'ਚੋਂ ਹੀ ਤੁਹਾਡੀ ਸਕਸੈਸ ਹੈ। ਅਮਰੀਕਨ ਕਲਚਰ ਦੀਆਂ ਬਹੁਤ ਖੂਬਸੂਰਤ ਗੱਲਾਂ ਨੇ, ਪਰ ਆ ਜਿਹੜਾ ਮੀ ਇੰਡੀਵਿਜੂਅਲਿਜ਼ਮ ਹੈ, ਜਿਹਨੇ ਡਿਸਟਰੋਏ ਕਰ ਦਿੱਤੇ ਨੇ ਟੱਬਰ, ਅੱਧਿਓਂ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਨੇ ਦੂਜੇ। ਤੁਸੀਂ ਸਾਰਿਆਂ ਨੂੰ, ਆਪਣੇ ਪਰਿਵਾਰ ਨੂੰ ਔਰ ਐਕਸਟੈਂਡਡ ਫੈਮਲੀਜ਼ ਨੂੰ ਵੀ ਟੁਗੈਦਰ ਰੱਖਿਆ ਹੈ ਕਾਮਯਾਬੀ ਦੇ ਨਾਲ, ਔਰ ਪੰਥ ਦੇ ਰਸਤੇ 'ਤੇ ਵੀ ਤੁਰੇ ਹੋਏ ਹੋ। ਅੱਜ ਦੇ ਦਿਨ ਜੇ ਖਾਲਸੇ ਦੀ ਸਿਰਜਣਾ ਹੋਈ ਹੈ
ਤਾਂ ਫਿਰ ਸਾਡਾ ਇਹੀ ਇਸ ਜ਼ਿੰਦਗੀ ਦਾ ਮਤਲਬ ਹੈ ਕਿ ਅਸੀਂ ਖਾਲਿਸਤਾਨ ਆਪਣਾ ਘਰ ਬਣਾਈਏ। ਤਲਵੰਡੀ ਸਾਬੋ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਵੱਡੀ ਸਿਆਸੀ ਕਾਨਫਰੰਸ ਕਰਵਾਈ ਗਈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਦੇ ਦਿਹਾੜੇ ਮੌਕੇ ਤਲਵੰਡੀ ਸਾਬੋ ਵਿਖੇ ਹੋਈ ਇਸ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਹਾਜ਼ਰੀ ਭਰੀ। ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਸਾਖੀ ਦਾ ਦਿਹਾੜਾ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਜ਼ਬਰ ਨੂੰ ਸਹਿਣ ਨਾ ਕਰੀਏ ਅਤੇ ਜ਼ਬਰ ਦੇ ਖਿਲਾਫ ਖੜ ਕੇ ਆਪਣੀ ਆਜ਼ਾਦੀ ਲਈ ਸੰਘਰਸ਼ ਕਰੀਏ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਹੱਕਾਂ ਤੇ ਇਨਸਾਫ ਲਈ ਆਪਣੇ ਰਾਜ ਭਾਗ ਦੀ ਲੋੜ ਹੈ ਅਤੇ ਖਾਲਿਸਤਾਨ ਦੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਅੱਗੇ ਵਧਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਤੇ ਵੀ ਤਿੱਖੇ ਸਵਾਲ ਖੜੇ ਕੀਤੇ ਅਤੇ ਦੋਸ਼ ਲਗਾਏ ਕਿ ਪੰਜਾਬ ਅਤੇ ਸਿੱਖਾਂ ਨਾਲ ਅਜੇ ਵੀ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲਿਆ, ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਅਤੇ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਕਾਨਫਰੰਸ ਦੌਰਾਨ ਮਤਾ ਪਾਸ ਕਰਕੇ ਗੜੇਮਾਰੀ ਨਾਲ ਨੁਕਸਾਨੀਆਂ ਫਸਲਾਂ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਵੀ ਜ਼ੋਰ ਦਿੱਤਾ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਆਪਣੀ ਕੁਰਬਾਨੀ ਦੇਤੀ ਜਦੋਂ ਹਿੰਦ ਨੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚਾੜਤੀਆਂ। ਸੰਤਾਂ ਦਾ ਕਹਿਣਾ ਸੀ ਕਿ ਜੇ ਹਿੰਦ ਹਕੂਮਤ ਦੀਆਂ ਫੌਜਾਂ ਦਰਬਾਰ ਸਾਹਿਬ ਵੱਲ ਆਉਣਗੀਆਂ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਕਮ ਸੋ ਕਮ ਤੁਸੀਂ ਖਾਲਿਸਤਾਨ ਦੀ ਗੱਲ ਤਾਂ ਕਰਨੀ ਸ਼ੁਰੂ ਕਰ ਦਿਓ। ਜਿਹੜੀ ਮੀਟਿੰਗ ਹੁੰਦੀ ਹੈ, ਜਿਹੜੇ ਭੋਗ ਪੈਂਦੇ ਹੈ, ਉੱਥੇ ਤਾਂ ਆਪਾਂ ਗੱਲ ਕਰ ਸਕਦੇ ਹਾਂ। ਜਿਹੜੇ ਲੋਕ ਹਿੰਦੂਤਵਾਂ ਦੀ ਕੱਛ ਦੇ ਵਿੱਚ ਵੜ ਗਏ ਹੈ ਉਹ ਸ਼ਰਮਿੰਦੇ ਤਾਂ ਹੋਣਗੇ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਦੇ ਦਿਨ ਜੇ ਖਾਲਸੇ ਦੀ ਸਿਰਜਣਾ ਹੋਈ ਹੈ ਤਾਂ ਫਿਰ ਸਾਡਾ ਇਹੀ ਇਸ ਜ਼ਿੰਦਗੀ ਦਾ ਮਤਲਬ ਹੈ ਕਿ ਅਸੀਂ ਖਾਲਿਸਤਾਨ ਆਪਣਾ ਘਰ ਬਣਾਈਏ। ਅੱਜ 30 ਸਾਲ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਅੰਦਰ ਹੈ। ਕਾਹਦੇ ਲਈ ਅੰਦਰ ਹੈ? ਕਿ ਤੁਹਾਨੂੰ ਤੇ ਮੈਨੂੰ ਉਹ ਆਜ਼ਾਦ ਕਰਾਉਣ, ਸਾਡਾ ਘਰ ਅਲੱਗਾ ਬਣੇ। ਪਾਕਿਸਤਾਨ ਇੱਕ ਪਾਸੇ ਹੋਏ, ਹਿੰਦ ਇੱਕ ਪਾਸੇ ਹੋਏ, ਚੀਨ ਇੱਕ ਪਾਸੇ ਹੋਏ, ਇਹਦੇ ਵਿਚਾਲੇ ਖਾਲਸਾ ਰਾਜ ਹੋਵੇ, ਖਾਲਿਸਤਾਨ ਹੋਵੇ, ਇੱਕ ਬਫਰ ਸਟੇਟ ਬਣੇ। ਇਹ ਤਿੰਨਾਂ ਮੁਲਕਾਂ ਦੇ ਕੋਲੇ ਪਰਮਾਣੂ ਹਥਿਆਰ ਹੈ। ਜੇ ਇੱਕ ਦੂਜੇ ਦੇ ਨਾਲ ਭਿੜ ਗਏ, ਅਸੀਂ ਜਿਹੜੇ ਬੇਹਥਿਆਰੇ ਹੈ, ਸਾਡੀ ਤਾਂ ਇਹ ਚਟਣੀ ਬਣਾ ਦੇਣਗੇ। 100 ਵਾਰੀ ਸਮਝਾਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਨਹੀਂ ਕਰ ਸਕਦੇ ਆਪਾਂ। ਜਿਵੇਂ ਮਸੰਦਾਂ ਨੂੰ ਫੂਕਿਆ ਸੀ, ਪਰ ਮਸੰਦਾਂ ਨੂੰ ਵੋਟ ਨਾ ਪਾ ਕੇ ਉਹਨਾਂ ਦਾ ਖਾਤਮਾ ਤਾਂ ਕਰ ਸਕਦੇ ਹਾਂ ਕਿ ਨਹੀਂ? ਕਿ ਇਹ ਵੀ ਨਹੀਂ ਹੁੰਦਾ? ਬੜੀ ਅਜੀਬ ਗੱਲ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਇਮਾਨ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਹੱਕਾਂ ਲਈ ਯਤਨਸ਼ੀਲ ਹੋਣਾ ਪਵੇਗਾ ਅਤੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਵੀ ਇਕੱਠੇ ਹੋ ਕੇ ਆਪਣੇ ਹੱਕ ਲੈਣੇ ਪੈਣਗੇ। ਇਸ ਮੌਕੇ ਕਈ ਹੋਰ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਪਾਰਟੀ ਦੀ ਸੋਚ ਨੂੰ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ। ਇਹ ਵੀ ਨਤੀਜੇ ਤੁਹਾਡੇ ਸਾਹਮਣੇ ਹੈ। ਅੱਜ ਅਸੀਂ ਉਹ ਖਾਲਸਾਈ ਸੋਚ ਦੇ ਸਥਾਨ ਤੇ ਖੜੇ ਹਾਂ ਜਿਸ ਅਕਾਲ ਤਖਤ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਰਤਨ ਬਣਾਏ ਗਏ ਹੈ। ਉਹ ਵਚਨ ਤੇ ਪੂਰੇ ਖੜੇ ਹੈ। ਲਗਾਤਾਰ ਤੁਰਦੀ ਆ ਰਹੀ ਹੈ, ਲਗਾਤਾਰ ਆਪ ਜੀ ਦੇ ਗੱਲ ਕਰਦੀ ਆ ਰਹੀ ਹੈ। ਉਹਨੇ ਕਦੀ ਸੱਜੇ ਨਾ ਖੱਬੇ ਹੋਏ ਹੈ, ਨਾ ਤੁਹਾਨੂੰ ਖਾਲਿਸਤਾਨ ਦੇ ਨਾਰੇ ਲਾ ਕੇ ਟਹਿੰਦੀ ਕਲਾ 'ਚ ਕਹਿਤਾ ਕਿ ਹੋਰ ਵੀ ਬਹੁਤ ਕੁਝ ਹੈਗਾ। ਉਹਨਾਂ ਨੇ ਡਟ ਕੇ ਆਪਣੀ ਸੋਚ ਤੇ ਪੈਰਾ ਦੇ ਕੇ ਇੱਥੇ ਤੱਕ ਗੱਲ ਪਹੁੰਚਾਈ ਹੈ। ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਦਸਮ ਪਿਤਾ ਨੇ
ਤੁਹਾਡੇ ਦਸਤਾਰ ਦੇਖ ਕੇ ਖੁਸ਼ੀ ਹੋ ਕੇ ਕਿਹਾ ਸੀ ਜੀਵਤ ਹੈ ਹਜ਼ਾरों, ਉਹਨਾਂ ਅਸੀਂ ਜੀਵਤ ਪਾਰਟੀਆਂ ਵਿੱਚੋਂ ਹੈਗੇ ਜਿਹੜੇ ਉਸ ਆਦੇਸ਼ ਤੇ ਤੁਰੇ ਆ ਜਿਹੜਾ ਅਕਾਲ ਤਖਤ ਸਾਹਿਬ ਨੇ ਲਾਗੂ ਕੀਤਾ ਸੀਗਾ। ਸੋ ਅੱਜ ਅਸੀਂ ਸਰਬੰਸਦਾਨੀ ਨੂੰ ਨਤਮਸਤਕ ਹੁੰਦੇ, ਉਹ ਖਾਲਸੇ ਨੂੰ ਨਤਮਸਤਕ ਹੁੰਦੇ, ਉਹ ਸੋਚ ਨੂੰ ਪ੍ਰਵਾਨਗੀ ਕਰਦੇ ਹੋਏ ਜਿਹਦੇ ਨਾਲ ਸਾਨੂੰ ਇਨਕਲਾਬ ਤੇ ਆਜ਼ਾਦੀ ਮਿਲੀ ਹੈ। ਅੱਜ ਗੁਰੂ ਸਾਹਿਬ ਦੇ ਇਸ ਮਹਾਨ ਧਰਤੀ ਤੇ, ਗੁਰੂ ਗ੍ਰੰਥ ਸਾਹਿਬ ਦੀ ਮਹਾਨ ਧਰਤੀ ਤੇ ਨਮਸਕਾਰ ਕਰਦੇ ਹਾਂ ਇੱਕ ਦੂਜੇ ਨੂੰ। ਗੁਰੂ ਗ੍ਰੰਥ ਸਾਹਿਬ ਦੇ ਉੱਪਰ ਦੁਨੀਆ ਦਾ ਕੋਈ ਕਾਨੂੰਨ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਸਰਵਉੱਚ ਹੈ ਤੇ ਜੋ ਵੀ ਕੁਝ ਕਰਨਾ ਹੈ ਉਹ ਪੰਥ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦਾ। ਖਾਲਸਾ ਸਾਜਨਾ ਦਿਵਸ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਅੜਗਾਜ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਹੈ। ਜਥੇਦਾਰ ਸਾਹਿਬ ਵੱਲੋਂ ਕੌਮ ਦੇ ਨਾਮ ਜਾਰੀ ਕੀਤੇ ਗਏ ਸੰਦੇਸ਼ ਵਿੱਚ ਸਿੱਖ ਪੰਥ ਦੀ ਏਕਤਾ, ਪਹਿਚਾਣ ਅਤੇ ਮੂਲ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਬਰਕਰਾਰ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਕੁਝ ਤੱਤ ਸਿੱਖਾਂ ਖਿਲਾਫ ਗਲਤ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਿੱਖ ਧਰਮ ਅਤੇ ਖਾਲਸਾਈ ਸੋਚ ਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ। ਉਨ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ 1699 ਦੀ ਵਿਸਾਖੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਨਿਰਾਲੀ ਪਹਿਚਾਣ ਦਿੱਤੀ ਸੀ, ਜੋ ਅੱਜ ਵੀ ਅਟਲ ਹੈ। ਜਿਵੇਂ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਜੀ, ਸਿੱਖ ਸਿੱਖੀ ਛੱਡੀ ਜਾ ਰਹੇ ਹੈ, ਤਾਂ ਮੈਂ ਉਹਨੂੰ ਵੀ ਇਹ ਜਵਾਬ ਦਿੱਤਾ ਸੀ। ਅਨੰਦਪੁਰ ਸਾਹਿਬ ਜਦੋਂ ਗੁਰੂ ਸਾਡੇ ਨੇ ਖੰਡੇ ਬਾਟੇ ਦੀ ਪੌਲ ਦਿੱਤੀ, ਮੁਫਤ ਵਿੱਚ ਨਹੀਂ ਸੀ ਦਿੱਤੀ। ਭਾਈ ਦਇਆ ਸਿੰਘ ਦਾ ਸਿਰ ਲਿਆ ਗਿਆ ਇੱਥੇ, ਭਾਈ ਧਰਮਦਾਸ ਦਾ ਸਿਰ ਲਿਆ ਗਿਆ, ਭਾਈ ਹਿੰਮਤ ਰਾਏ ਨੇ ਸਿਰ ਦਿੱਤਾ, ਭਾਈ ਮੋਹਕਮ ਚੰਦ ਨੇ ਸਿਰ ਦਿੱਤਾ, ਭਾਈ ਸਾਹਿਬ ਚੰਦ ਨੇ ਸਿਰ ਦਿੱਤਾ, ਪੰਜਾਂ ਨੇ ਸਿਰ ਦਿੱਤੇ। ਗੁਰੂ ਨੇ ਖੰਡੇ ਦੀ ਪੌਲ ਦਿੱਤੀ ਤੇ ਪੌਲ ਦੇ ਕੇ ਇਹਨਾਂ ਪੰਜਾਂ ਨੂੰ ਫਿਰ ਪੰਜ ਪਿਆਰਿਆਂ ਦਾ ਖਿਤਾਬ ਦਿੱਤਾ। ਸਿੱਖੀ ਖੰਡੇ ਦੀ ਧਾਰ ਤੇ ਚੱਲਣਾ ਹੈ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਹ ਬਿਰਤਾਂਤ ਝੂਠਾ ਹੈ ਕਿ ਸਿੱਖ ਧਰਮ ਬਦਲ ਰਹੇ ਨੇ। ਸਿੱਖ ਕਦੇ ਧਰਮ ਨਹੀਂ ਬਦਲਦਾ, ਸਿੱਖ ਧਰਮ ਦੇ ਲਈ ਸਿਰ ਦੇ ਸਕਦਾ ਹੈ। ਹਾਂ, ਜੇ ਕੋਈ ਬੰਦਾ ਅਜੇ ਸਿੱਖੀ ਨੂੰ ਸਮਝਦਾ ਹੀ ਨਹੀਂ, ਗਿਆਨ ਨਹੀਂ, ਸਿੱਖੀ ਦੇ ਵਿੱਚ ਆਇਆ ਹੀ ਨਹੀਂ, ਉਹ ਵਹਿਮੀ ਹੋ ਗਿਆ, ਭਰਮੀ ਹੋ ਗਿਆ। ਬਥੇਰੇ ਲੋਕ ਪਿੰਡਾਂ ਦੇ ਵਿੱਚ ਥੋੜੇ ਬਹੁਤੇ ਹੁੰਦੇ, ਉਹ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਚਲੇ ਜਾਂਦੇ ਆ। ਪਰ ਗੁਰੂ ਨਾਨਕ ਦਾ ਸਿੱਖ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਿੱਖ ਕਦੇ ਧਰਮ ਨਹੀਂ ਛੱਡਦਾ ਹੈ। ਅਸੀਂ ਬੰਦ ਕਟਵਾ ਲਵਾਂਗੇ, ਖੋਪਰੀਆਂ ਲੁਹਾ ਲਵਾਂਗੇ, ਚਰਖੜੀਆਂ ਤੇ ਚੜ ਗਏ, ਪਰ ਇੱਕ ਵੀ ਸਿੱਖ ਨੇ ਤਵਾਰੀਖ ਆਖਦੀ ਕਦੀ ਸਿੱਖੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸਿੰਘ ਅਤੇ ਕੌਰ ਸਿੱਖਾਂ ਦੀ ਅਸਲੀ ਪਹਿਚਾਣ ਹਨ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਂ ਨਾਲ ਇਹ ਸ਼ਬਦ ਜ਼ਰੂਰ ਜੋੜਨੇ ਚਾਹੀਦੇ ਹਨ। ਸਿੰਘ, ਕੌਰ ਇਹ ਸਾਡੀ ਪਛਾਣ ਹੈ। ਮੈਂ ਬੱਚਿਆਂ ਨੂੰ ਜਦੋਂ ਮਿਲਦਾ ਨਾਮ ਪੁੱਛੀਦੇ ਆ, ਇਹ ਬੜੀ ਖੁਸ਼ੀ ਵਾਲੀ ਗੱਲ ਹੁੰਦੀ। ਹੁਣ ਬਹੁਤੇ ਬੱਚੇ ਜਦੋਂ ਨਾਮ ਪੁੱਛੀਦਾ ਤੇ ਗਰਜਵੀਂ ਆਵਾਜ਼ ਦੇ ਵਿੱਚ ਕਹਿੰਦੇ ਆ ਸਰਦਾਰ ਹਿੰਮਤ ਸਿੰਘ। ਇਹ ਕੌਮ ਦੀ ਪਨੀਰੀ ਆ, ਪਰ ਕਈਆਂ ਦੇ ਨਾਵਾਂ ਦੇ ਮਗਰ ਮਾਪੇ ਗੁਰੇਜ਼ ਕਰਦੇ ਆ ਸਿੰਘ ਤੇ ਕੌਰ ਲਾਉਣ ਤੋਂ। ਇਹ ਗੁਰੂ ਦੀ ਬਖਸ਼ਿਸ਼ ਹੈ। ਭਚੰਗੀ ਦੇ ਨਾਮ ਦੇ ਪਿੱਛੇ ਸਿੰਘ ਤੇ ਧੀ ਦੇ ਨਾਂ ਦੇ ਪਿੱਛੇ ਕੌਰ ਜ਼ਰੂਰ ਲਾਉਣੀ ਹੈ। ਸਾਡੀ ਆਇਡੈਂਟੀ ਆ, ਸਾਡੀ ਪਛਾਣ। ਜਥੇਦਾਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਸਿਧਾਂਤ ਨੂੰ ਸਿੱਖੀ ਦੀ ਨੀਂਹ ਦੱਸਦੇ ਹੋਏ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸ਼ਰੀਰਾਂ ਨੂੰ ਮਾਰਿਆ ਜਾ ਸਕਦਾ ਹੈ, ਪਰ ਪੰਥ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਬੇਅਦਬੀ ਦੇ ਮਾਮਲਿਆਂ ਤੇ ਗੰਭੀਰ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਹੱਲ ਸਿਰਫ ਸਾਨੂੰ ਖੁਦ ਪੰਥ ਦੀ ਪਹਿਰੇਦਾਰੀ ਕਰਨ ਵਿੱਚ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਰਵਉੱਚ ਗੁਰੂ ਹੈ ਅਤੇ ਇਸ ਤੇ ਕੋਈ ਕਾਨੂੰਨ ਨਹੀਂ ਬਣ ਸਕਦਾ। ਹਾਲਾਂਕਿ ਸਰਕਾਰ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਨਾ ਕਿ ਸਿਰਫ ਕਾਨੂੰਨ ਬਣਾਉਣੇ ਚਾਹੀਦੇ ਹਨ। ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਸਰਵਉੱਚ ਹੈ। ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੋਈ ਕਾਨੂੰਨ ਨਹੀਂ ਹੋ ਸਕਦਾ ਹੈ। ਪਹਿਰੇਦਾਰੀ ਪੰਥ ਦੀ। ਹਾਂ, ਜੇ ਕੋਈ ਦੋਸ਼ੀ ਹੈ ਉਹਨੂੰ ਭਾਵੇਂ ਫਾਹੇ ਟੰਗੋ,
ਜਾਂ ਫਾਂਸੀ ਲਾਓ, ਬਣਾਓ ਸਖਤ ਕਾਨੂੰਨ, ਉਹਦੇ ਤੋਂ ਕੋਈ ਮਨਾ ਨਹੀਂ ਕਰਦਾ ਹੈ। ਪਰ ਜੇ ਕੋਈ ਆਖੇ ਕਿ ਗੁਰੂ ਗ੍ਰੰਥ ਸਾਹਿਬ ਛਪਣਾ ਕਿੱਥੇ ਆ, ਇਹਦਾ ਹਿਸਾਬ ਕਿਤਾਬ ਸਰਕਾਰ ਨੂੰ ਦਿਓ। ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ। ਇਸ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਕਿਤਾਬ ਸਰਕਾਰਾਂ ਨੂੰ ਨਹੀਂ ਦੇ ਹੋਣੇ, ਤੇ ਨਾ ਕਦੇ ਪੰਥ ਇਹਨੂੰ ਕਦੀ ਮਨਜ਼ੂਰ ਕਰੂ। ਕਾਨੂੰਨ ਬਣਾਓ ਦੋਸ਼ੀਆਂ ਲਈ, ਕਾਨੂੰਨ ਬਣਾਓ ਜਿਹੜੀਆਂ ਮਗਰ ਤਾਕਤਾਂ ਖੜੀਆਂ ਵਾ। ਇਸ ਦੇ ਨਾਲ ਹੀ ਉਹਨਾਂ ਸਿੱਖ ਪਹਿਚਾਣ ਨਾਲ ਜੁੜੇ 5 ਕਕਾਰਾਂ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਵੱਖ-ਵੱਖ ਸਥਾਨਾਂ ਤੇ ਕਕਾਰਾਂ ਨੂੰ ਲੈ ਕੇ ਆ ਰਹੀਆਂ ਰੋਕਾਂ ਸਿੱਖਾਂ ਦੇ ਹੱਕਾਂ ਤੇ ਅਸਰ ਪਾ ਰਹੀਆਂ ਹਨ। ਅੰਤ ਵਿੱਚ ਜਥੇਦਾਰ ਸਾਹਿਬ ਨੇ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਏਕਤਾ ਵਿੱਚ ਹੀ ਤਾਕਤ ਹੈ। ਉਹਨਾਂ ਵਿਸਾਖੀ ਦੇ ਪਵਿੱਤਰ ਮੌਕੇ ਤੇ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸਦਾ ਸਿੱਖ ਸ਼੍ਰੀ ਅਨੰਦਪੁਰ ਸਾਹਿਬ ਨਾਲ ਜੁੜਿਆ ਹੋਇਆ ਹੈ ਅਤੇ ਸਭ ਨੂੰ ਇੱਕ ਪਰਿਵਾਰ ਵਜੋਂ ਰਹਿਣ ਦੀ ਲੋੜ ਹੈ। ਹਿੰਦੁਸਤਾਨ ਦੀ ਸਰਕਾਰ ਜਾਂ ਸਟੇਟਾਂ ਦੀਆਂ ਸਰਕਾਰਾਂ ਜਾਂ ਪੰਜਾਬ ਦੀ ਸਰਕਾਰ, ਇਹਨਾਂ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਜਦੋਂ ਤੁਹਾਡਾ ਸੰਵਿਧਾਨ ਕਹਿੰਦਾ ਸਿੱਖ ਕਕਾਰ ਪਾ ਸਕਦਾ, ਫਿਰ ਕਿਰਪਾਨ ਕਾਹਤੋਂ ਲਵਾਈ ਜਾਂਦੀ। ਆ ਮੈਂ ਜਦੋਂ 에ਅਰਪੋਰਟ ਤੇ ਜਾਣਾ, ਮੈਨੂੰ ਬੜੇ ਗੁਰਸਿੱਖ ਮਿਲਦੇ ਜਿਹੜੇ ਅੰਦਰ ਨੌਕਰੀਆਂ ਕਰਦੇ। ਡੋਮੈਸਟਿਕ ਆਪਾਂ ਕਕਾਰ ਛੋਟੀ ਕਿਰਪਾਨ 9 ਇੰਚ ਦੀ ਪਾ ਸਕਦੇ ਜਦੋਂ ਸਫ਼ਰ ਕਰਨਾ, ਇੱਥੋਂ ਦਿੱਲੀ ਜਾਣਾ ਜਾਂ ਬੰਗਲੌਰ ਜਾਣਾ। ਪਰ ਜਿਹੜੇ 에ਅਰਪੋਰਟਾਂ ਦੇ ਅੰਦਰ ਨੌਕਰੀਆਂ ਕਰਦੇ ਅੰਮ੍ਰਿਤਧਾਰੀ ਸਿੱਖ, ਉਹਨਾਂ ਨੂੰ ਅੰਦਰਲੇ ਪਾਸੇ ਕਿਰਪਾਨ ਪਾਉਣ ਦੀ ਇਜਾਜ਼ਤ ਨਹੀਂ। ਜੇ ਅਸੀਂ 9 ਇੰਚ ਦੀ ਕਿਰਪਾਨ ਪਾ ਕੇ ਡੋਮੈਸਟਿਕ ਸਫ਼ਰ ਕਰ ਸਕਦੇ ਹਾਂ, ਤੇ ਫਿਰ ਜਿਹੜੇ ਅੰਦਰ ਮੁਲਾਜ਼ਮ ਕੰਮ ਕਰਦੇ ਅੰਮ੍ਰਿਤਧਾਰੀ, ਉਹਨਾਂ ਦੀ ਕਿਰਪਾਨ ਲਹਾਉਣੀ, ਇਹ ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਨਾ ਨਹੀਂ। ਮੈਂ ਖਾਲਸੇ ਪੰਥ ਨੂੰ ਬੇਨਤੀ ਕਰਦਾ ਵੀ ਇੱਕ ਝੰਡੇ ਥੱਲੇ ਇਕੱਠੇ ਹੋਵੋ ਤੇ ਆਪਣੇ ਬੰਦੀ ਸਿੰਘਾਂ ਨੂੰ ਆਪਾਂ ਰਿਹਾ ਕਰਾਈਏ, ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ। ਖਾਲਸਾ ਸਾਜਨਾ ਦਿਵਸ ਮੌਕੇ ਸਮੁੱਚੀ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੋਲਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਖਾਲਸਾ ਪੰਥ ਨੂੰ ਇੱਕ ਝੰਡੇ ਦੇ ਥੱਲੇ ਇਕੱਠੇ ਹੋਣਾ ਪਵੇਗਾ, ਕਿਉਂਕਿ ਜਿੰਨਾ ਚਿਰ ਖਾਲਸਾ ਪੰਥ ਇਕੱਠਾ ਨਹੀਂ ਹੋਵੇਗਾ ਉਹਨਾਂ ਚਿਰ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਏਜੰਸੀਆਂ ਵੱਲੋਂ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਨੂੰ ਰੋਕਣ ਲਈ ਖਾਲਸਾ ਪੰਥ ਨੂੰ ਸੁਚੇਤ ਹੋਣ ਤੇ ਤਿਆਰ ਹੋਣ ਦੀ ਲੋੜ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ, ਗੁਰਪ੍ਰੀਤ ਸਿੰਘ ਝੱਬਰ, ਜਗਸੀਰ ਸਿੰਘ ਮੰਗੇਆਣਾ, ਅਵਤਾਰ ਸਿੰਘ ਬਨਵਾਲਾ ਆਦਿ ਮੌਜੂਦ ਸਨ। ਇਸ ਕਰਕੇ 10ਵੇਂ ਪਾਤਸ਼ਾਹ ਨੇ ਆਪਣੇ ਤੇ ਮਾਨਵੇ ਤੇ ਬਾਦੋਬਾਦ ਕੀਤਾ, ਬਹੁਤ ਵੱਡੀ ਕਿਰਪਾ ਕੀਤੀ ਆ। ਖਾਲਸਾ ਜੀ ਇੱਕ ਹੋਰ ਵੀ ਬੇਨਤੀ ਆ, ਅੱਜ ਸਾਡੇ ਬੰਦੀ ਸਿੰਘ ਜਿਹੜੇ ਜੇਲਾਂ ਆਪਣੀਆਂ ਸਾਰਾ ਪੂਰੀਆਂ ਕਰ ਚੁੱਕੇ ਨੇ ਤੇ ਉਹ ਕਾਰ ਕੋਟੜੀਆਂ ਚ ਬੰਦ ਨੇ। ਖਾਲਸਾ ਜੀ ਜੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਨਾ ਹੋਏ ਤੇ ਆਪਣੇ ਜਿਹੜੇ ਬੰਦੀ ਸਿੰਘ ਆ ਉਹ ਆਪਾਂ ਰਿਹਾ ਨਹੀਂ ਕਰ ਸਕਾਂਗੇ। ਮੈਂ ਖਾਲਸੇ ਪੰਥ ਨੂੰ ਬੇਨਤੀ ਕਰਦਾ ਵੀ ਇੱਕ ਝੰਡੇ ਥੱਲੇ ਇਕੱਠੇ ਹੋਵੋ ਤੇ ਆਪਣੇ ਬੰਦੀ ਸਿੰਘਾਂ ਨੂੰ ਆਪਾਂ ਰਿਹਾ ਕਰਾਈਏ, ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ। ਸਾਡੇ ਗੁਰੂ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਆਪਾਂ ਦੇਖਦੇ ਆ, ਕਿਤੇ ਗੁਟਕਾ ਸਾਹਿਬ ਦੀ, ਕਿਤੇ ਗੁਰੂ ਗ੍ਰੰਥ ਸਾਹਿਬ ਤੇ ਆਪਾਂ ਸੁਚੇਤ ਹੋਈਏ। ਆਪਾਂ ਆਪਣੇ ਗੁਰੂ ਦੀ ਰੱਖਿਆ ਆਪਾਂ ਆਪ ਕਰਨੀ ਹੈ। ਖਾਲਸਾ ਜੀ ਤੁਸੀਂ ਤਿਆਰ ਹੋਵੋ। ਇਸ ਕਰਕੇ ਕਿਹੜੀਆਂ ਬਾਹਰਲੀਆਂ ਤਾਕਤਾਂ ਨੂੰ, ਕਿਹੜੀਆਂ ਏਜੰਸੀਆਂ ਨੂੰ ਸਿੱਖ ਕੌਮ ਤੇ ਬਾਹਰ ਕਰ ਰਹੀਆਂ, ਜਿੰਨਾ ਚਿਰ ਸਿੱਖ ਕੌਮ ਇਕੱਠੀ ਨਹੀਂ ਹੁੰਦੀ ਉਹਨਾਂ ਚਿਰ ਇਸ ਦਾ ਖਲ ਨਹੀਂ ਪੈਣਾ। ਰਾਜਪਾ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਨਿਯਮਾਂ 1974 ਵਿੱਚ ਹਾਲ ਹੀ ਵਿੱਚ ਕੀਤੀ ਗਈ ਸੋਧ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ, ਜਿਸ ਅਧੀਨ ਪੰਜਾਬ ਅਤੇ ਹਰਿਆਣਾ ਤੋਂ ਬਾਹਰ ਦੇ ਉਮੀਦਵਾਰਾਂ ਨੂੰ ਉੱਚ ਅਹੁਦੇ ਦਿੱਤੇ ਜਾ ਸਕਦੇ ਹਨ। ਡਾਕਟਰ ਸਾਨੀ ਨੇ ਕਿਹਾ ਕਿ ਇਹ ਕਦਮ ਦਹਾਕਿਆਂ ਪੁਰਾਣੀਆਂ ਪਰੰਪਰਾਵਾਂ ਨੂੰ ਤੋੜਦਾ ਹੈ ਅਤੇ ਭਾਗੀਦਾਰ ਰਾਜਾਂ ਦੀ ਯਕੀਨੀ ਪ੍ਰਤੀਨਿਧਤਾ ਨੂੰ ਕਮਜ਼ੋਰ ਕਰਕੇ ਸੰਘੀ ਭਾਵਨਾ ਨੂੰ ਕਮਜ਼ੋਰ ਕਰਦਾ ਹੈ, ਜਿਸ ਨੂੰ ਹੁਣ ਸਿਰਫ ਇੱਕ ਰਸਮ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦਹਾਕਿਆਂ ਪੁਰਾਣੀ ਅਤੇ ਸਥਾਪਿਤ ਪਰੰਪਰਾ ਦੇ ਅਨੁਸਾਰ ਮੈਂਬਰ ਊਰਜਾ ਦਾ ਅਹੁਦਾ ਰਵਾਇਤੀ ਤੌਰ ਤੇ ਪੰਜਾਬ ਕੋਲ ਰਿਹਾ ਹੈ, ਜਦੋਂ ਕਿ ਮੈਂਬਰ ਸਿੰਚਾਈ ਹਰਿਆਣਾ ਦੀ ਨੁਮਾਇੰਦਗੀ ਕਰਦਾ ਹੈ, ਜਿਸ ਨੇ BBMP ਦੇ ਕੰਮਕਾਜ ਵਿੱਚ ਸੰਤੁਲਨ ਅਤੇ ਇਕਸਾਰਤਾ ਬਣਾਈ ਰੱਖੀ ਹੈ। ਡਾਕਟਰ ਸਾਨੀ ਨੇ ਯਾਦ ਕਰਵਾਇਆ ਕਿ ਉਹਨਾਂ ਨੇ 2022 ਵਿੱਚ ਇੱਕ ਸਮਾਨ ਸੋਧ ਦਾ ਸਖਤ ਵਿਰੋਧ ਕੀਤਾ ਸੀ, ਜਿਸ ਵਿੱਚ ਪਹਿਲੀ ਵਾਰ ਦੇਸ਼ ਭਰ ਤੋਂ ਨਿਯੁਕਤੀਆਂ ਦੀ ਆਗਿਆ ਦਿੱਤੀ ਗਈ ਸੀ ਅਤੇ ਸਥਾਪਿਤ ਪਰੰਪਰਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ BBMP ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਪਾਣੀ ਪ੍ਰਬੰਧਨ ਵਿੱਚ ਸ਼ਾਮਿਲ ਇੱਕ ਸੰਵੇਦਨਸ਼ੀਲ ਅੰਤਰਰਾਜੀ ਸੰਸਥਾ ਹੈ ਅਤੇ ਰਿਪੇਰੀਅਨ ਰਾਜਾਂ ਦੀ ਭੂਮਿਕਾ ਨੂੰ ਕਮਜ਼ੋਰ ਕਰਨ ਨਾਲ ਸਹਿਕਾਰੀ ਸੰਘਵਾਦ ਪ੍ਰਭਾਵਿਤ ਹੁੰਦਾ ਹੈ ਅਤੇ ਪਾਣੀ ਦੀ ਵੰਡ ਦੇ ਮੌਜੂਦਾ ਸੰਤੁਲਨ ਨੂੰ ਵਿਗਾੜਨ ਦਾ ਖਤਰਾ ਪੈਦਾ ਹੁੰਦਾ ਹੈ। ਪੰਜਾਬ ਦੀ ਮਹੱਤਵਪੂਰਨ ਹਿੱਸੇਦਾਰੀ ਅਤੇ ਜ਼ਿੰਮੇਵਾਰੀ ਨੂੰ ਰੇਖਾਂਕਿਤ ਕਰਦੇ ਹੋਏ ਡਾਕਟਰ ਸਾਨੀ ਨੇ ਕਿਹਾ ਕਿ ਰਾਜ ਨੂੰ ਉਸਦੇ ਪਾਣੀ ਅਤੇ ਬਿਜਲੀ ਅਧਿਕਾਰਾਂ ਨਾਲ ਸੰਬੰਧਿਤ ਫੈਸਲਿਆਂ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਨੋਟੀਫਿਕੇਸ਼ਨ ਤੇ ਮੁੜ ਵਿਚਾਰ ਕਰਨ ਅਤੇ BBMP ਦੇ ਸ਼ਾਸਨ ਵਿੱਚ ਪੰਜਾਬ ਅਤੇ ਹਰਿਆਣਾ ਦੀ ਢੁਕਵੀਂ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਵਾਲੀ ਸਥਾਪਿਤ ਪਰੰਪਰਾ ਨੂੰ ਬਹਾਲ ਕਰਨ ਦੀ ਅਪੀਲ ਵੀ ਕੀਤੀ।